ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਪੰਜਾਬ ਇਸ ਵੇਲੇ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ ਤੇ ਲੈ ਕੇ ਹਾਜ਼ਰ ਹਾਂ ਪੰਜਾਬ ਇਸ ਵੇਲੇ ਦੇ ਵਿੱਚ ਪੰਜਾਬ ਦੀਆਂ ਤਾਜ਼ਾ ਖਬਰਾਂ। ਰੁਕ ਸਭ ਤੋਂ ਪਹਿਲਾਂ ਕਰਾਂਗੇ ਪੰਜਾਬ ਦੇ ਵਿੱਚ ਬੇਅਦਬੀ ਮਾਮਲਿਆਂ ਦੇ ਵਿੱਚ ਬਣੀ ਨਵੀਂ ਸਿੱਟ ਦੇ ਉੱਤੇ ਹੁਣ ਇੱਕ ਵਾਰ ਫਿਰ ਤੋਂ ਸਿਆਸੀ ਵਾਰ ਹੋਣੇ ਸ਼ੁਰੂ ਹੋਏ ਨੇ। ਨਵੀਂ ਸਿੱਟ ਜਦੋਂ ਤੋਂ ਬਣੀ ਆ ਉਦੋਂ ਤੋਂ ਹੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਘੇਰਿਆ ਜਾ ਰਿਹਾ ਸੀ, ਪਰ ਹੁਣ ਇਸ ਸਿੱਟ ਦੇ ਮਾਮਲੇ ਦੇ ਵਿੱਚ ਵਿਰੋਧੀਆਂ ਨੂੰ ਜਵਾਬ ਦਿੱਤਾ ਗਿਆ ਹੈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵੱਲੋਂ। ਸਰਕਾਰ ਨੇ ਇਸ ਮਾਮਲੇ ਦੇ ਵਿੱਚ ਆਖਿਆ ਹੈ ਕਿ ਸਿੱਟ ਨੂੰ 6 ਮਹੀਨਿਆਂ ਦਾ ਸਮਾਂ ਵੱਧ ਸਰਕਾਰ ਨੇ ਨਹੀਂ ਬਲਕਿ ਕੋਰਟ ਦੇ ਵੱਲੋਂ ਕੀਤਾ ਗਿਆ। ਇਸ ਕਰਕੇ ਕੋਰਟ ਦੇ ਵੱਲੋਂ ਜੋ ਹਦਾਇਤਾਂ ਸਿੱਟ ਨੂੰ ਨੇ ਉਹ ਮੰਨਣੀਆਂ ਪੈਣਗੀਆਂ ਤੇ ਨਾਲ ਹੀ ਉਹਨਾਂ ਦਾ ਕਹਿਣਾ ਸੀ ਕਿ ਸਿੱਟ ਦੇ ਮੱਦੇਨਜ਼ਰ ਉਹਨਾਂ ਦੇ ਧਿਆਨ ਦੇ ਵਿੱਚ ਹੈ ਕਿ ਉਹ ਬੇਸ਼ੱਕ ਚਾਹੁਣ ਤਾਂ ਇਸ ਜਾਂਚ ਨੂੰ ਮਹੀਨੇ ਦੇ ਵਿੱਚ ਮੁਕੰਮਲ ਕਰ ਸਕਦੇ ਨੇ ਜਾਂ ਇਸ ਜਾਂਚ ਨੂੰ 2 ਮਹੀਨਿਆਂ ਦੇ ਵਿੱਚ ਮੁਕੰਮਲ ਕਰ ਸਕਦੇ ਨੇ। ਉਹ ਆਪਣਾ ਕੰਮ ਕਰਨ ਦੇ ਲਈ ਸੁਤੰਤਰ ਨੇ, ਪਰ ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਕਿਸੇ ਵੀ ਤਰ੍ਹਾਂ ਦੀ ਦਖਲਅੰਦਾਜ਼ੀ ਜਿਹੜੀ ਉਹ ਨਹੀਂ ਕਰ ਸਕਦੀ। ਕੀ ਕੁਝ ਪੰਜਾਬ ਸਰਕਾਰ ਦੇ ਪੱਖ ਤੋਂ ਇਸ ਮਾਮਲੇ ਦੇ ਵਿੱਚ ਆਇਆ, ਇਸ ਐਕਸਪਰਟ ਰਾਏ ਲਵਾਂਗੇ ਕਿ ਆਖਿਰਕਾਰ ਇਸ ਦਾ ਕੀ ਹੋ ਸਕਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ। ਢਿੱਲੋਂ ਸਾਹਿਬ, ਕਿਸ ਤਰ੍ਹਾਂ ਵੇਖ ਰਹੇ ਹੋ ਜਿਸ ਤਰ੍ਹਾਂ ਦੀ ਸਫਾਈ ਹੁਣ ਪੰਜਾਬ ਸਰਕਾਰ ਨੇ ਵਿਰੋਧੀਆਂ ਦੇ ਕਹਿਣ ਤੋਂ ਬਾਅਦ ਦਿੱਤੀ ਹੈ, ਕਿਤੇ ਜਸਟੀਫਾਈ ਹੁੰਦੀ ਹੈ ਇਹ ਸਫਾਈ? ਦੇਖੋ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਪ੍ਰੈਸ ਨੋਟ ਜਾਰੀ ਕਰਵਾਇਆ। ਹਾਲਾਂਕਿ ਉਹ ਪੰਜਾਬ ਸਰਕਾਰ ਦੇ ਬੁਲਾਰੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ, ਪਰ ਲਗਾਤਾਰ ਜਿਹੜੇ ਸਿਆਸੀ ਹਮਲੇ ਹੋ ਰਹੇ ਸੀ ਨਵਜੋਤ ਸਿੰਘ ਸਿੱਧੂ ਦੇ, ਜਿਹੜੇ ਹੋਰ ਵਿਧਾਇਕਾਂ ਵੱਲੋਂ ਮੰਤਰੀਆਂ ਵੱਲੋਂ ਮੰਗ ਕੀਤੀ ਜਾ ਰਹੀ ਸੀ, ਵਿਰੋਧੀ ਧਿਰਾਂ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਸਰਕਾਰ ਸੁਪਰੀਮ ਕੋਰਟ 'ਚ ਕਿਉਂ ਨਹੀਂ ਗਈ। ਜਿਹੜਾ 9 ਅਪ੍ਰੈਲ 2021 ਦਾ ਫੈਸਲਾ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ, ਉਹਨੂੰ ਚੈਲੰਜ ਕਿਉਂ ਨਹੀਂ ਕੀਤਾ ਗਿਆ। ਇਹਦੇ ਬਦਲੇ 'ਚ ਇੱਕ ਪ੍ਰੈਸ ਨੋਟ ਜਾਰੀ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ, ਔਰ ਬੁਲਾਰਾ ਕਹਿੰਦਾ ਪੰਜਾਬ ਸਰਕਾਰ ਦਾ, ਕਹਿੰਦਾ ਇਹ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ 6 ਮਹੀਨੇ ਦੀ ਮਿਆਦ ਰੱਖੀ ਗਈ ਹੈ ਕਿ 6 ਮਹੀਨਿਆਂ ਦੇ ਵਿੱਚ ਸਿੱਟ ਜਾਂਚ ਕਰੂਗੀ। ਪਰ ਬੁਲਾਰਾ ਕਹਿੰਦਾ, ਸਰਕਾਰ ਕਹਿੰਦੀ ਕਿ ਸਿੱਟ ਆਪਣੀ ਜਾਂਚ 6 ਮਹੀਨਿਆਂ ਦੀ ਥਾਂ 2 ਮਹੀਨਿਆਂ 'ਚ ਵੀ ਮੁਕੰਮਲ ਕਰ ਸਕਦੀ ਹੈ। ਇਹਦੇ ਵਿੱਚ ਸੂਬੇ ਦੀ ਸਰਕਾਰ ਦਾ ਜਾਂ ਕਿਸੇ ਦਾ ਕੋਈ ਦਖਲ ਨਹੀਂ। ਇਹ ਸਪਸ਼ਟੀਕਰਨ ਇੱਕ ਤਰੀਕੇ ਨਾਲ ਇਸ ਕਰਕੇ ਆਇਆ ਕਿਉਂਕਿ ਲਗਾਤਾਰ ਇਹ ਸਵਾਲ ਖੜੇ ਹੋ ਰਹੇ ਸੀ ਕਿ 6 ਮਹੀਨੇ ਬਾਅਦ, 7 ਮਹੀਨੇ ਬਾਅਦ, 8 ਮਹੀਨੇ ਬਾਅਦ ਜ਼ਾਬਤਾ ਲੱਗ ਜਾਣਾ, ਪੰਜਾਬ 'ਚ ਚੋਣਾਂ ਆ ਜਾਣਗੀਆਂ ਤੇ ਇਨਸਾਫ ਕਿੱਥੋਂ ਆਊਗਾ। ਸੋ ਹਾਲ ਦੀ ਘੜੀ ਸਰਕਾਰ ਇਹ ਦੱਸਣਾ ਚਾਹੁੰਦੀ ਹੈ ਕਿ 6 ਮਹੀਨੇ ਹਾਈ ਕੋਰਟ ਨੇ ਤੈਅ ਕੀਤਾ ਸੀ ਸਮਾਂ ਕਿ 6 ਮਹੀਨੇ ਦੇ ਵਿੱਚ ਜਾਂਚ ਹੋਣੀ ਚਾਹੀਦੀ ਹੈ। ਸੋ ਸਿੱਟ ਭਾਵੇਂ 1 ਮਹੀਨੇ 'ਚ ਜਾਂਚ ਕਰਦੇ, ਭਾਵੇਂ 5 ਦਿਨਾਂ 'ਚ ਕਰਦੇ, ਭਾਵੇਂ 10 ਦਿਨਾਂ 'ਚ, ਪਰ ਸਵਾਲ ਨਾਲ ਇਹ ਖੜਾ ਹੁੰਦਾ ਹੈ ਕਿ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਇਸ ਮਸਲੇ ਨੂੰ ਚੈਲੰਜ ਕਿਉਂ ਨਹੀਂ ਕੀਤਾ। ਹਰ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ। ਬੜਾ ਚੰਗਾ ਹੁੰਦਾ ਅਗਰ ਸਰਕਾਰ ਸੁਪਰੀਮ ਕੋਰਟ 'ਚ ਜਾਂਦੀ। ਦੇਖੋ ਕਿੱਡੇ ਇਲਜ਼ਾਮ ਲਾਏ ਕੁੰਵਰ ਵਿਜੇ ਪ੍ਰਤਾਪ ਉਹਨਾਂ ਨੇ, ਉਸ ਦੇ ਬਾਵਜੂਦ ਵੀ ਪੰਜਾਬ ਦੀ ਸਰਕਾਰ ਨੇ, ਐਡਵੋਕੇਟ ਜਨਰਲ ਦੇ ਦਫ਼ਤਰ ਨੇ ਇਸ ਮਸਲੇ ਨੂੰ ਹਜੇ ਤੱਕ ਸੁਪਰੀਮ ਕੋਰਟ 'ਚ ਚੈਲੰਜ ਨਹੀਂ ਕੀਤਾ। ਮੈਨੂੰ ਲੱਗਦਾ ਇਹ ਮਸਲਾ ਸੁਪਰੀਮ ਕੋਰਟ 'ਚ ਪਹਿਲਾਂ ਚੈਲੰਜ ਕੀਤਾ ਜਾਣਾ ਚਾਹੀਦਾ ਹੈ। ਕਾਨੂੰਨੀ ਤੌਰ ਤੇ ਅਗਰ ਹੁਣ ਵੀ ਸੰਭਵ ਹੈ ਤੇ ਹੁਣ ਵੀ ਸਰਕਾਰ ਨੂੰ ਸੁਪਰੀਮ ਕੋਰਟ 'ਚ ਚਲੇ ਜਾਣਾ ਚਾਹੀਦਾ ਹੈ ਤਾਂ ਕਿ ਹਾਈ ਕੋਰਟ ਨੇ ਕਿਹੜੀਆਂ ਮੱਦਾਂ ਗਲਤ ਹੋਣ ਕਰਕੇ ਮਸਲਾ ਰੱਦ ਕੀਤਾ ਹੈ, ਕੀ ਇਸ ਰਿਪੋਰਟ 'ਚ ਖਾਮੀਆਂ ਸੀ। ਸੁਪਰੀਮ ਕੋਰਟ ਅਗਰ ਹਾਈ ਕੋਰਟ ਦੇ ਫੈਸਲੇ ਤੇ ਰੋਕ ਲਾ ਦੇਵੇ ਤੇ ਫਿਰ ਉਹੀ ਜਾਂਚ ਰਿਪੋਰਟ ਹੈ ਜਿਹੜੀ ਅੱਗੇ ਕੰਮ ਆ ਸਕਦੀ ਹੈ, ਜਿਹਦੇ ਨਾਲ ਇਨਸਾਫ ਜਲਦੀ ਮਿਲ ਸਕਦਾ ਹੈ। ਸੋ ਸੁਪਰੀਮ ਕੋਰਟ 'ਚ ਸੂਬਾ ਸਰਕਾਰ ਵੱਲੋਂ ਕੇਸ ਨੂੰ ਚੈਲੰਜ ਨਾ ਕਰਨ ਦਾ ਮਤਲਬ ਇਹ ਹੈ ਕਿ ਸੂਬਾ ਸਰਕਾਰ ਵੀ ਇਹ ਮੰਨ ਗਈ ਕਿ ਜਿਹੜੀ ਪਿਛਲੀ ਸਿੱਟ ਸੀ ਉਹ ਪਿਛਲੀ ਸਿੱਟ ਨੇ ਸਹੀ ਕੰਮ ਨਹੀਂ ਕੀਤਾ, ਜਦ ਕਿ ਉਹ ਵੀ ਸਰਕਾਰ ਦੀ ਚੁਣੀ ਹੋਈ ਸਿੱਟ ਸੀ। ਸੋ ਇਸ ਕਰਕੇ ਸਰਕਾਰ ਨੇ ਉਹ ਕਿਹੜਾ ਥਰਮਾਮੀਟਰ ਇਸ ਵਾਰ ਲਾਇਆ ਸਿੱਟ ਬਣਾਉਣ ਲੱਗੇ ਕਿ ਇਸ ਵਾਰ ਦੀ ਜਿਹੜੀ ਸਿੱਟ ਹੈ ਉਹ ਸਹੀ ਕੰਮ ਕਰੂਗੀ। ਸੋ ਇਸ ਕਰਕੇ ਸਰਕਾਰ ਅਗਰ ਸੁਪਰੀਮ ਕੋਰਟ 'ਚ ਚਲੀ ਜਾਵੇ ਤੇ ਦੁੱਧ ਤੇ ਦੁੱਧ ਤਾਂ ਪਾਣੀ ਦਾ ਪਾਣੀ ਹੋ ਜਾਊਗਾ, ਨਹੀਂ ਤਾਂ ਸਥਿਤੀਆਂ ਇਸੇ ਤਰ੍ਹਾਂ ਦੁਚਿੱਤੀ ਵਾਲੀਆਂ ਬਣੀਆਂ ਰਹਿਣੀਆਂ। ਤੇ ਉਧਰ ਰੁੱਖ ਨਵਜੋਤ ਸਿੰਘ ਸਿੱਧੂ ਦੇ ਵੱਲ ਵੀ ਕਰਾਂਗੇ। ਨਵਜੋਤ ਸਿੱਧੂ ਵੀ ਲਗਾਤਾਰ ਆਪਣੇ ਸਿਆਸੀ ਟਵੀਟਾਂ ਦੇ ਜ਼ਰੀਏ ਸਰਕਾਰ ਨੂੰ ਘੇਰ ਰਹੇ ਨੇ। ਲਗਾਤਾਰ ਨਵਜੋਤ ਸਿੰਘ ਸਿੱਧੂ ਦੇ ਅਜਿਹੇ ਟਵੀਟ ਸਾਹਮਣੇ ਆ ਰਹੇ ਨੇ ਜਿਨ੍ਹਾਂ ਟਵੀਟਾਂ ਦੇ ਵਿੱਚ ਹੁਣ ਉਹ ਸਿੱਧੇ ਤੌਰ ਦੇ ਉੱਤੇ ਪੰਜਾਬ ਸਰਕਾਰ ਦੇ ਉੱਤੇ 75-25 ਦਾ ਇਲਜ਼ਾਮ ਹੁਣ ਇੱਕ ਵਾਰ ਫਿਰ ਤੋਂ ਦੁਹਰਾ ਰਹੇ ਨੇ। #7525 ਦੇ ਨਾਲ ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਤੋਂ ਇੱਕ ਟਵੀਟ ਕਰਦੇ ਨੇ ਜਿਸ ਦੇ ਵਿੱਚ ਉਹ ਆਖਦੇ ਨੇ ਕਿ ਪੰਜਾਬ ਦੇ ਵਿੱਚ ਹਜੇ ਵੀ ਪੁਰਾਣੀ ਸਰਕਾਰ ਹੀ ਚੱਲ ਰਹੀ ਹੈ। ਸਾਬਕਾ ਮੁੱਖ ਮੰਤਰੀ ਦਾ ਜ਼ਿਕਰ ਉਸ ਦੇ ਵਿੱਚ ਆਉਂਦਾ ਹੈ ਕਿ ਉਹੀ ਸਰਕਾਰ ਇਸ ਵਕਤ ਚੱਲ ਰਹੀ ਹੈ, ਪਰ ਪੰਜਾਬ ਸਰਕਾਰ ਆਪਣਾ ਕੰਮ ਕਿੱਥੇ ਕਰ ਰਹੀ ਹੈ ਉਸ ਦੇ ਉੱਤੇ ਜ਼ਰੂਰ ਉਹ ਸਵਾਲੀਆ ਨਿਸ਼ਾਨ ਲਾ ਦਿੰਦੇ ਨੇ। ਨਵਜੋਤ ਸਿੰਘ ਸਿੱਧੂ ਦੇ ਇਸ ਟਵੀਟ ਤੋਂ ਬਾਅਦ ਕਈ ਸਿਆਸੀ ਅੰਦਾਜ਼ੇ ਲਾਏ ਜਾ ਰਹੇ ਨੇ। ਢਿੱਲੋਂ ਸਾਹਿਬ ਦੇ ਵੱਲ ਚੱਲਾਂਗੇ। ਢਿੱਲੋਂ ਸਾਹਿਬ, ਕਿਸ ਤਰ੍ਹਾਂ ਵੇਖ ਰਹੇ ਹੋ? ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਟਵੀਟ ਕਰਦੇ ਨੇ ਤੇ ਉਸ ਟਵੀਟ ਦੇ ਵਿੱਚ ਜ਼ਿਕਰ ਫਿਰ ਤੋਂ ਉਹੀ ਚੀਜ਼ਾਂ ਦਾ ਆ ਜਾਂਦਾ ਹੈ ਜਿਨ੍ਹਾਂ ਦਾ ਜ਼ਿਕਰ ਇੱਕ ਵਾਰ ਫਿਰ ਤੋਂ ਨਵਜੋਤ ਸਿੰਘ ਸਿੱਧੂ ਲਗਾਤਾਰ ਕਰਦੇ ਆ ਰਹੇ ਸੀ। 75-25 ਦਾ ਮੁੱਦਾ ਅੱਜ ਤਾਂ ਨਹੀਂ, ਬਹੁਤ ਲੰਬੇ ਸਮੇਂ ਤੋਂ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਦੁਹਰਾਇਆ ਜਾ ਰਿਹਾ। ਕਿੱਦਾਂ ਵੇਖ ਰਹੇ ਹੋ? ਇੱਕ ਵਾਰ ਫਿਰ ਤੋਂ 75-25 ਦੁਹਰਾ ਰਹੇ ਨੇ ਨਵਜੋਤ ਸਿੰਘ ਸਿੱਧੂ। ਦੇਖੋ, ਨਵਜੋਤ ਸਿੰਘ ਸਿੱਧੂ ਨੇ ਜਿਹੜਾ ਟਵੀਟ ਕੀਤਾ ਇੱਕ ਵਾਰੀ ਫੇਰ ਮੇਰੇ ਕੋਲੇ ਟਵੀਟ ਪਿਆ, ਮੈਂ ਪੂਰਾ ਪੜ੍ਹਨਾ ਚਾਹੁੰਦਾ ਤਾਂ ਕਿ ਉਹਦਾ ਮਤਲਬ ਸਮਝ ਆ ਜਾਏ। ਨਵਜੋਤ ਸਿੰਘ ਸਿੱਧੂ ਲਿਖਦਾ, ਟਵੀਟ ਕਰਦਾ,
ਪੰਜਾਬ ਦੇ ਵਧੇਰੇ ਵਿਧਾਇਕਾਂ ਦੀ ਇਸ ਗੱਲ ਤੇ ਸਹਿਮਤੀ ਹੈ ਕਿ ਪੰਜਾਬ 'ਚ ਕਾਂਗਰਸ ਸਰਕਾਰ ਦੀ ਥਾਂ ਬਾਦਲਾਂ ਦੀ ਹਕੂਮਤ ਚੱਲ ਰਹੀ ਹੈ। ਸਾਡੇ ਵਿਧਾਇਕਾਂ ਤੇ ਪਾਰਟੀ ਵਰਕਰਾਂ ਦੀ ਗੱਲ ਸੁਣਨ ਦੀ ਬਜਾਏ ਅਫਸਰਸ਼ਾਹੀ ਤੇ ਪੁਲਿਸ ਬਾਦਲ ਪਰਿਵਾਰ ਦੀ ਇੱਛਾ ਮੁਤਾਬਕ ਕੰਮ ਕਰ ਰਹੇ ਨੇ। ਸਰਕਾਰ ਲੋਕ ਭਲਾਈ ਲਈ ਨਹੀਂ ਸਗੋਂ ਮਾਫੀਆ ਰਾਜ ਨੂੰ ਬਰਕਰਾਰ ਰੱਖਣ ਲਈ ਚੱਲ ਰਹੀ ਹੈ। ਔਰ ਅਖੀਰ 'ਚ #7525 ਸੋ ਆਹ ਡਾਇਲੌਗ ਤਾਂ ਬੜਾ ਮਸ਼ਹੂਰ ਹੋ ਗਿਆ ਨਵਜੋਤ ਸਿੰਘ ਸਿੱਧੂ ਦਾ 7525। ਮੈਨੂੰ ਲੱਗਦਾ ਕਿਸੇ ਪੰਜਾਬੀ ਫਿਲਮ ਕਿਸੇ ਹਿੰਦੀ ਪੰਜਾਬੀ ਫਿਲਮਾਂ ਵਾਲਾ ਕੋਈ ਫਿਲਮ ਹੀ ਨਾ ਬਣਾ ਦੇ 7525। ਸੋ ਆਮ ਤੌਰ ਤੇ ਇਹ 7525 ਸ਼ਬਦ ਹੈ ਜਿਹੜਾ ਇਹਦਾ ਮਤਲਬ ਕਮਿਸ਼ਨ ਨਾਲ ਜੋੜ ਕੇ ਦੇਖਿਆ ਜਾਂਦਾ ਕਿਉਂਕਿ ਆਮ ਤੌਰ ਤੇ ਜਿਹੜੇ ਮਾਰਕੀਟਿੰਗ ਦੇ ਏਜੰਟ ਹੁੰਦੇ ਨੇ ਜਾਂ ਏਜੰਸੀਆਂ ਵਾਲੇ ਹੁੰਦੇ ਨੇ ਕਈ ਤਾਂ ਕਈ ਅਖਬਾਰਾਂ ਦੀਆਂ ਇਸ਼ਤਿਹਾਰਾਂ ਵਾਲੀਆਂ ਏਜੰਸੀਆਂ ਨੂੰ ਵੀ 25% ਕਮਿਸ਼ਨ ਦਿੱਤੀ ਜਾਂਦੀ ਹੈ। ਸੋ ਇੱਕ ਕਮਿਸ਼ਨ ਦੇ ਤੌਰ ਤੇ ਇਹਨੂੰ ਜ਼ਿਆਦਾ ਦੇਖਿਆ ਜਾਂਦਾ 7525। ਹੁਣ ਸਿੱਧੂ ਕੀ ਕਹਿੰਦਾ ਕਿ ਬਹੁਤੇ ਵਿਧਾਇਕਾਂ ਦੀ ਸਹਿਮਤੀ ਹੈ ਕਿ ਪੰਜਾਬ 'ਚ ਕਾਂਗਰਸ ਸਰਕਾਰ ਦੀ ਥਾਂ ਬਾਦਲਾਂ ਦੀ ਹਕੂਮਤ ਚੱਲ ਰਹੀ ਹੈ। ਹੁਣ ਦੇਖੋ ਰਿਐਕਸ਼ਨ ਆ ਜਾਣਾ, ਅੱਜ ਸੁਖਬੀਰ ਬਾਦਲ ਦਾ ਵੀ ਆ ਜਾਊਗਾ, ਦਲਜੀਤ ਚੀਮੇ ਦਾ ਵੀ ਆ ਜਾਣਾ ਮੈਨੂੰ ਲੱਗਦਾ, ਕਿਉਂਕਿ ਬਹੁਤ ਵੱਡਾ ਇਲਜ਼ਾਮ ਨਵਜੋਤ ਸਿੰਘ ਸਿੱਧੂ ਨੇ ਲਾਇਆ। ਕੈਪਟਨ ਅਮਰਿੰਦਰ ਨੂੰ ਕਾਂਗਰਸ ਦੀ ਸਰਕਾਰ ਨੂੰ ਸਿੱਧੂ ਨੇ ਇਹ ਕਹਿਤਾ ਵੀ ਇਹ ਕਾਂਗਰਸ ਦੀ ਸਰਕਾਰ ਨਹੀਂ, ਇਹ ਬਾਦਲਾਂ ਦੀ ਹਕੂਮਤ ਚੱਲ ਰਹੀ ਹੈ। ਔਰ ਵਿਧਾਇਕਾਂ ਤੇ ਪਾਰਟੀ ਵਰਕਰਾਂ ਦੀ ਗੱਲ ਸੁਣਨ ਦੀ ਬਜਾਏ ਅਫਸਰਸ਼ਾਹੀ ਤੇ ਪੁਲਿਸ ਬਾਦਲ ਪਰਿਵਾਰ ਦੀ ਇੱਛਾ ਮੁਤਾਬਕ ਕੰਮ ਕਰ ਰਹੀ ਹੈ। ਹੁਣ ਕੈਪਟਨ ਅਮਰਿੰਦਰ ਦਾ ਵੀ ਇਹਦੇ ਤੇ ਜਵਾਬ ਦੇਣਾ ਬਣਦਾ। ਮੈਨੂੰ ਲੱਗਦਾ ਇਸ ਟਵੀਟ ਤੋਂ ਕੈਪਟਨ ਅਮਰਿੰਦਰ ਖਾਸੇ ਔਖੇ ਹੋਏ ਹੋਣਗੇ। ਹੁਣ ਕੋਈ ਨਾ ਕੋਈ ਜਵਾਬ ਆਪਣੇ ਵੱਲੋਂ ਜ਼ਰੂਰ ਨਵਜੋਤ ਸਿੰਘ ਸਿੱਧੂ ਨੂੰ ਦੇਣਗੇ। ਪਰ ਨਵਜੋਤ ਸਿੰਘ ਸਿੱਧੂ ਜਿਸ ਬੇਬਾਕੀ ਦੇ ਨਾਲ ਇਸ ਤਰੀਕੇ ਦੇ ਟਵੀਟ ਕਰਦੇ ਨੇ, ਇਹਦਾ ਮਤਲਬ ਇਹ ਹੈ ਕਿ ਕਿਤੇ ਨਾ ਕਿਤੇ ਹਾਈ ਕਮਾਂਡ ਦਾ ਹੱਥ ਹੈ ਨਵਜੋਤ ਸਿੰਘ ਸਿੱਧੂ ਦੀ ਪਿੱਠ ਤੇ। ਮੈਂ ਮਹਿਸੂਸ ਕਰਦਾ ਕਿ ਕਾਂਗਰਸ 'ਚ ਸਭ ਕੁਝ ਸਹੀ ਨਹੀਂ ਹੈ, ਤਾਂ ਹੀ ਇਸ ਤਰੀਕੇ ਦੀਆਂ ਸਥਿਤੀਆਂ ਬਣੀਆਂ ਨੇ। ਔਰ ਬੜਾ ਚੰਗਾ ਹੁੰਦਾ ਅਗਰ ਪੰਜਾਬ 'ਚ ਮਾਫੀਆ ਨਾ ਹੁੰਦਾ, ਨਾ ਸ਼ਰਾਬ ਦਾ ਹੁੰਦਾ, ਨਾ ਐਕਸਾਈਜ਼ ਦੀ ਟੈਕਸ ਚੋਰੀ ਦਾ ਹੁੰਦਾ, ਨਾ ਰੇਤੇ ਦੀ ਚੋਰੀ ਦਾ ਹੁੰਦਾ। ਔਰ ਸਿੱਧੂ ਇਹ ਸਾਰੇ ਇਲਜ਼ਾਮ ਲਾ ਰਿਹਾ। ਹਾਲਾਂਕਿ ਅਕਾਲੀ ਦਲ ਨੂੰ ਵੀ ਪੂਰਾ ਹੱਕ ਹੈ, ਉਹ ਆਪਣੀ ਗੱਲ ਰੱਖਣਗੇ ਸਿੱਧੂ ਦੇ ਇਲਜ਼ਾਮਾਂ ਤੇ ਉਹਨਾਂ ਦੀ ਗੱਲ ਦਾ ਵੀ ਆਪਾਂ ਜ਼ਿਕਰ ਕਰਾਂਗੇ। ਤੇ ਰੁਕ ਕਰਾਂਗੇ ਪੰਜਾਬ ਦੇ ਵਿੱਚ ਕਰੋਨਾ ਦੇ ਹਾਲਾਤਾਂ ਦੇ ਵੱਲ। ਕਰੋਨਾ ਦੇ ਹਾਲਾਤ ਪੰਜਾਬ ਦੇ ਵਿੱਚ ਕਿਹੋ ਜਿਹੇ ਨੇ, ਇਹ ਲਗਾਤਾਰ ਆ ਰਹੇ ਅੰਕੜਿਆਂ ਤੋਂ ਸੁਭਾਵਿਕ ਹੀ ਪਤਾ ਲੱਗ ਰਿਹਾ ਹੈ। ਬੀਤੇ ਦਿਨ ਤੋਂ ਜਦੋਂ ਤੁਸੀਂ ਅੰਕੜੇ 9000 ਤੋਂ ਪਾਰ ਕੀਤੇ ਨੇ ਤਾਂ ਉਦੋਂ ਤੋਂ ਬਾਅਦ ਹੀ ਲਗਾਤਾਰ ਪ੍ਰਬੰਧਾਂ ਨੂੰ ਵੀ ਵਧਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ। ਅੰਮ੍ਰਿਤਸਰ ਦੇ ਵਿਧਾਇਕ ਰਾਜਕੁਮਾਰ ਵੇਰਕਾ ਦੇ ਵੱਲੋਂ ਆਪਣੇ ਪੱਧਰ ਦੇ ਉੱਤੇ ਤਿਆਰੀਆਂ ਮੁਕੰਮਲ ਕੀਤੀਆਂ ਜਾਣ ਦੀ ਗੱਲ ਆਖੀ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਦੇ ਵਿੱਚ ਕਰੋਨਾ ਮਰੀਜ਼ਾਂ ਦੇ ਲਈ ਇੱਕ ਖਾਸ ਕਿਸਮ ਦਾ ਹਸਪਤਾਲ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਨਾਲ ਹੀ ਜ਼ਰੂਰਤਮੰਦਾਂ ਨੂੰ ਰਾਸ਼ਨ ਵੀ ਦਿੱਤਾ ਜਾ ਰਿਹਾ ਤਾਂ ਜੋ ਇਸ ਦੌਰ ਦੇ ਵਿੱਚ ਉਹ ਘਰਾਂ ਦੇ ਵਿੱਚ ਰਹਿਣ ਅਤੇ ਆਪਣੀ ਰੋਟੀ ਜ਼ਰੂਰ ਖਾ ਸਕਣ। देखिए, जो ये अमृतसर में हल्का वेस्ट है जहाँ का मैं एमएलए हूँ, और वहाँ पे हमने ये फैसला किया है कि तमाम लोगों को, क्योंकि गुरुओं के शिक्षा के अनुसार नर सेवा नरैन सेवा, मानवता की सेवा का हमें शिक्षा दी गई है। और इस शिक्षा के तहत और मैं आज से शुरुआत की है, अपनी हल्का वेस्ट की हेल्पलाइन नंबर को जारी किया है, कंट्रोल रूम स्थापित कर दिया गया है और इसके लिए एक हॉस्पिटल जो हल्का वेस्ट के लिए फ्री हॉस्पिटल जो है वो आज शुरुआत कर दी गई है और फ्री में उनका ट्रीटमेंट करेंगे। वहाँ ऑक्सीजन की कोई कमी नहीं, वहाँ इंजेक्शन की कमी नहीं, वहाँ मेडिसिन की कमी नहीं, वहाँ खाने की कोई कमी नहीं। हर घर में हम एक महीने का राशन भेजेंगे और 2500 रुपया नगद भी सब लोगों को खर्चे के लिए भेजेंगे। और मैं सब पॉलिटिकल पार्टियों से निवेदन करना चाहता हूँ कि भैया जब इलेक्शन होता है आप वोटें मांगते फिरते हो और बूथ के बाद टेंट लगाते हो, किसी को पानी पिलाते हो, किसी को लालच देते हो। आज ज़रूरत इस बात की है कि सारी पॉलिटिकल पार्टियां अपने अपने हॉस्पिटलों के बाद टेंट लगाएं, अपने अपने लोगों को की पर्चियां दवाइयां की पकड़ें, ज़रूरतों की पर्चियां पकड़ें। उधर दिल्ली के उप मुख्यमंत्री मनीष सिसोदिया के वल्लों केंद्र सरकार के उत्ते गंभीर इल्जामां की झड़ी लाई गई है। मनीष सिसोदिया का कहना है कि जिस कदर जदों तो पूरे मुल्क दे विच कोरोना दे विच वाधा होया उस समय के दरम्यान भी देश दे विच बनी कोरोना वैक्सीन का आयात किया गया है जो कि देश के लिए काफ़ी खतरनाक साबित होया है, क्योंकि इस दरम्यान जो देश के विच इस दवाई की जरूरत सी तां देश के विच इसकी शॉर्टेज आ रही है, पर होर मुल्कों को जो इसकी सप्लाई दे रही है सरकार तां किते ना किते चिंता का विषय जरूर है। कि कुछ कह रहे हैं दिल्ली के उप मुख्यमंत्री मनीष सिसोदिया, सुनते हैं। जब इंडियन एक्सप्रेस की मैंने सुबह रिपोर्ट पढ़ी और उसके बाद मैं भी भारत सरकार की उस वेबसाइट पे गया तो मैंने देखा कि ये 93 देशों की लिस्ट है जिनको भारत सरकार ने पिछले 3 महीने में वैक्सीन बेची है। भारत में बनी हुई, भारत के वैज्ञानिकों की खोजी हुई वैक्सीन हमने 93 देशों में बेच दी,
6.5 करोड़ वैक्सीन की डोजेज हमने दूसरे देश के लोगों को भेज दी। थोड़ी सी और रिसर्च की, इंडियन एक्सप्रेस ने भी आज उसको रिपोर्ट किया है, मैंने भी थोड़ी और रिसर्च की, तो ये समझ में आता है कि इन 93 देशों में से 60% देश तो ऐसे हैं जहां कोरोना की हालत बिल्कुल ख़राब नहीं है, जहां कोरोना ऑलमोस्ट कंट्रोल में है। 88 देश, 93 में से 88 देश ऐसे हैं जहां पर डेथ कोई बड़ा चैलेंज नहीं है, वहां पे डेथ का इतना भयावह सामना नहीं कर रहे। मार्च से लेके, जब से कोरोना की दूसरी वेव पूरे देश में आई है, मार्च से लेके और अब तक पूरे देश में, हमारे देश में 1 लाख मृत्यु हो चुकी है, 1 लाख लोग कोरोना का शिकार हो चुके हैं। और हम 6.5 करोड़ अपने देश की बनाई हुई वैक्सीन, जो इन लोगों को लग सकती थी, इनमें से कई लोगों की जान बच सकती थी, हम इस वैक्सीन को विदेशों में भेज रहे हैं। 93 देशों को हम एक्सपोर्ट कर रहे हैं। किस लिए? सिर्फ इसलिए कि केंद्र सरकार की इमेज बन सके, इसलिए कि दुनिया में ये नाम हो सके कि भारत में इस समय एक ऐसी सेंट्रल गवर्नमेंट बैठी है जो विदेशों को वैक्सीन दिए जा रही है। ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਹੀ ਨਹੀਂ ਬਲਕਿ ਵਿਰੋਧੀ ਵੀ ਲਗਾਤਾਰ ਹੁਣ ਪੰਜਾਬ ਸਰਕਾਰ ਦੇ ਉੱਤੇ ਸਵਾਲ ਚੁੱਕਣ ਲੱਗੇ ਨੇ। ਭਾਜਪਾ ਆਗੂ ਅਨਿਲ ਸਰੀਨ ਦੇ ਵੱਲੋਂ ਵੀ ਵੱਡੇ ਇਲਜ਼ਾਮ ਨੇ ਜਿਹੜੇ ਪੰਜਾਬ ਸਰਕਾਰ ਦੇ ਉੱਤੇ ਲਾਏ ਗਏ ਨੇ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਹਜੇ ਵੀ ਮਾਫੀਆ ਰਾਜ ਹੀ ਚੱਲ ਰਿਹਾ ਹੈ। ਅਜਿਹੇ ਸਵਾਲ ਜੋ ਚੱਕੇ ਗਏ ਨੇ ਭਾਜਪਾ ਆਗੂ ਦੇ ਵੱਲੋਂ। ਭਾਰਤੀ ਜਨਤਾ ਪਾਰਟੀ ਪਹਿਲੇ ਦਿਨ ਤੋਂ ਕਹਿੰਦੀ ਆਈ ਹੈ ਕਿ ਪੰਜਾਬ ਦੀ ਸਰਕਾਰ ਨੂੰ ਮਾਫੀਆ ਰਾਜ ਚਲਾ ਰਿਹਾ ਹੈ, ਚਾਹੇ ਉਹ ਰੇਤ ਦਾ ਮਾਫੀਆ ਹੋਵੇ, ਚਾਹੇ ਗੁੰਡਾ ਟੈਕਸ ਕਲੈਕਸ਼ਨ ਦਾ ਮਾਫੀਆ ਹੋਵੇ, ਚਾਹੇ ਡਰੱਗਸ ਦਾ ਮਾਫੀਆ ਹੋਵੇ, ਚਾਹੇ ਸ਼ਰਾਬ ਦਾ ਮਾਫੀਆ ਹੋਵੇ, ਚਾਹੇ ਇਲੀਗਲ ਡਿਸਟਿਲਰੀ ਦਾ ਮਾਫੀਆ ਹੋਵੇ, ਚਾਹੇ ਟਰਾਂਸਪੋਰਟ ਮਾਫੀਆ ਹੋਵੇ। ਇਹ ਸਾਰੇ ਦੇ ਸਾਰੇ ਮਾਫੀਆ ਪੰਜਾਬ ਸਰਕਾਰ ਦੇ ਮੰਤਰੀ ਔਰ ਕਾਂਗਰਸ ਦੇ ਵਿਧਾਇਕ ਚਲਾ ਰਹੇ ਨੇ। ਤੇ ਮੈਂ ਨਵਜੋਤ ਸਿੰਘ ਸਿੱਧੂ ਨੂੰ ਪੁੱਛਣਾ ਚਾਹਨਾ ਕਿ ਤੁਹਾਨੂੰ ਇਹ 4 ਸਾਲ ਬਾਅਦ ਪਤਾ ਲੱਗਿਆ ਕਿ ਪੰਜਾਬ ਦੀ ਸਰਕਾਰ ਕੌਣ ਚਲਾ ਰਿਹਾ? ਜਦੋਂ ਤੁਸੀਂ ਮੰਤਰੀ ਸੀਗੇ ਕਿ ਉਦੋਂ ਤੁਹਾਨੂੰ ਨਹੀਂ ਪਤਾ ਲੱਗਿਆ ਕਿ ਪੰਜਾਬ ਦੀ ਸਰਕਾਰ ਕੌਣ ਚਲਾ ਰਿਹਾ? ਤੁਸੀਂ ਸਿਰਫ ਰਾਜਨੀਤੀ ਕਰ ਰਹੇ ਹੋ ਔਰ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਲੇਕਿਨ 22 ਦੇ ਚੁਣਾਵ ਨੇੜੇ ਆ ਗਏ ਨੇ। 22 ਚ ਪੰਜਾਬ ਦੀ ਜਨਤਾ ਤੁਹਾਨੂੰ ਸਬਕ ਸਿਖਾਏਗੀ ਔਰ ਇਸ ਮਾਫੀਆ ਰਾਜ ਦਾ ਅੰਤ ਕਰੇਗੀ। ਉਧਰ ਲਗਾਤਾਰ ਪੰਜਾਬ ਦੇ ਵਿੱਚ ਜਿਸ ਕਦਰ ਅੰਕੜੇ ਕਰੋਨਾ ਮਰੀਜ਼ਾਂ ਦੇ ਪੋਜ਼ਿਟਿਵ ਹੋਣ ਦੇ ਵਧਦੇ ਜਾ ਰਹੇ ਨੇ, ਉਸ ਦੇ ਨਾਲ ਜੋ ਸਹੂਲਤਾਂ ਪੰਜਾਬ ਸਰਕਾਰ ਦੇ ਰਹੀ ਹੈ, ਉਹ ਸਹੂਲਤਾਂ ਹੁਣ ਕਿਤੇ ਨਾ ਕਿਤੇ ਘੱਟ ਪੈਂਦੀਆਂ ਨਜ਼ਰ ਆ ਰਹੀਆਂ ਨੇ। ਪੰਜਾਬ ਸਰਕਾਰ ਦੇ ਵੱਲੋਂ ਕਰੋਨਾ ਮਹਾਮਾਰੀ ਦੇ ਨਾਲ ਲੜਨ ਦੇ ਲਈ ਕਰੋਨਾ ਪੋਜ਼ਿਟਿਵ ਮਰੀਜ਼ਾਂ ਦੇ ਲਈ ਇੱਕ ਖਾਸ ਕਿਸਮ ਦੀ ਕਿੱਟ ਤਿਆਰ ਕੀਤੀ ਗਈ ਹੈ, ਜਿਸ ਕਿੱਟ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਸਮਾਨ ਜਿਹੜੇ ਮੌਜੂਦ ਨੇ, ਜਿਹਦੇ ਵਿੱਚ ਆਕਸੀਮੀਟਰ ਹੋਵੇ, ਥਰਮਾਮੀਟਰ ਹੋਵੇ, ਉਸ ਦੇ ਨਾਲ ਹੀ ਸਟੀਮਰ ਅਤੇ ਖਾਸ ਤਰ੍ਹਾਂ ਦੇ ਹੋਰ ਦਵਾਈਆਂ ਜਿਨ੍ਹਾਂ ਦੀ ਜ਼ਰੂਰਤ ਕਰੋਨਾ ਪੋਜ਼ਿਟਿਵ ਮਰੀਜ਼ ਨੂੰ ਪੈਂਦੀ ਹੈ, ਉਹਨਾਂ ਸਭ ਨੂੰ ਮਿਲਾ ਕੇ ਇੱਕ ਕਿੱਟ ਤਿਆਰ ਕੀਤੀ ਗਈ ਹੈ, ਜਿਸ ਦਾ ਨਾਮ ਕਰੋਨਾ ਫਤਿਹ ਕਿੱਟ ਰੱਖਿਆ ਗਿਆ ਹੈ। ਇਹ ਕਿੱਟ ਦੀ ਹੁਣ ਸ਼ਾਰਟੇਜ ਹੋਣੀ ਸ਼ੁਰੂ ਹੋ ਚੁੱਕੀ ਹੈ। ਜ਼ਿਲ੍ਹਾ ਮੁਕਤਸਰ ਸਾਹਿਬ ਦੇ ਵਿੱਚ ਸਿਰਫ 10 ਜਿਹੜੀਆਂ ਕਿੱਟਾਂ ਉਹ ਮੌਜੂਦ ਨੇ, ਬਾਕੀ ਸਾਰੀਆਂ ਕਿੱਟਾਂ ਹੁਣ ਤੱਕ ਖਤਮ ਹੋ ਚੁੱਕੀਆਂ ਨੇ। ਪ੍ਰਸ਼ਾਸਨ ਲਗਾਤਾਰ ਸਰਕਾਰ ਨੂੰ ਅਪੀਲਾਂ ਕਰ ਰਿਹਾ ਹੈ ਕਿ ਇਹਨਾਂ ਕਿੱਟਾਂ ਦੀ ਪੂਰਤੀ ਕੀਤੀ ਜਾਵੇ ਤਾਂ ਜੋ ਜ਼ਰੂਰਤਮੰਦਾਂ ਨੂੰ ਇਹ ਜ਼ਰੂਰਤ ਪੈਣ ਦੇ ਉੱਤੇ ਦਿੱਤੀ ਜਾ ਸਕੇ। ਟੋਟਲ ਹੁਣ ਤੱਕ ਜੇ ਸ਼ੁਰੂ ਤੋਂ ਲਾ ਕੇ ਚੱਲੋ ਤਾਂ ਫਤਿਹ ਕਿੱਟਾਂ ਟੋਟਲ 3790 ਫਤਿਹ ਕਿੱਟਸ ਆਈਆਂ ਨੇ ਸਾਡੇ ਕੋਲ। ਉਹਦੇ ਵਿੱਚੋਂ 3780 ਅਸੀਂ ਵੰਡ ਚੁੱਕੇ ਹਾਂ। 10 ਕਿੱਟਾਂ ਸਾਡੇ ਸਟੋਰ 'ਚ ਪਈਆਂ ਨੇ, ਉਹ ਜਿਵੇਂ ਜ਼ਰੂਰਤ ਹੁੰਦੀ ਹੈ ਅਸੀਂ ਨਾਲ ਦੀ ਨਾਲ ਭੇਜ ਦਿੰਦੇ ਹਾਂ। ਮੈਮ ਸੁਣਨ ਚ ਆ ਰਿਹਾ ਫਤਿਹ ਕਿੱਟਾਂ ਖਤਮ ਹੋ ਚੁੱਕੀਆਂ। ਹਾਂਜੀ, ਹੈ ਥੋੜੀ ਸ਼ਾਰਟੇਜ ਹੈਗੀ ਹੈ, ਸਟੇਟ ਵੱਲੋਂ ਹੀ ਹੈ। ਜਿਸ ਤਰ੍ਹਾਂ ਉੱਥੋਂ ਆਈ ਜਾਂਦੀਆਂ ਉਸੇ ਤਰ੍ਹਾਂ ਅਸੀਂ ਨਾਲ ਵੰਡੀ ਜਾ ਰਹੇ ਪੇਸ਼ੈਂਟਸ। ਨਹੀਂ, ਰਿਪੀਟਡਲੀ ਜਦੋਂ ਵੀਸੀਜ਼ ਹੁੰਦੀਆਂ ਨੇ ਉਦੋਂ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਕਿ ਮਰੀਜ਼ ਜ਼ਿਆਦਾ ਪੋਜ਼ਿਟਿਵ ਆ ਰਹੇ ਹਨ ਤੇ ਕਿਟਸ ਦੀ ਸ਼ਾਰਟੇਜ ਹੈਗੀ ਹੈ। ਸੂਬੇ ਦੇ ਲੋਕਾਂ ਦਾ ਕਰੋੜਾਂ ਰੁਪਈਆ ਖਰਚ ਕੇ ਖਰੀਦੀ ਗਈ ਕਣਕ ਜਦੋਂ ਲਾਵਾਰਿਸ ਪਈ ਹੋਵੇ ਤਾਂ ਇਸ ਨੂੰ ਵੇਖ ਕੇ ਹਰ ਕੋਈ ਜ਼ਰੂਰ ਸੋਚੀ ਪੈ ਜਾਂਦਾ ਹੈ। ਬੀਤੇ ਦਿਨਾਂ ਤੋਂ ਮੰਡੀਆਂ ਦੇ ਵਿੱਚ ਖਰੀਦ ਚੱਲ ਰਹੀ ਹੈ। ਇਸ ਖਰੀਦ ਦੇ ਦਰਮਿਆਨ ਖਰੀਦੀ ਗਈ ਕਣਕ ਜੋ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਹਿੱਸੇ ਦੇ ਵਿੱਚ ਆਉਂਦੀ ਹੈ, ਖਰੀਦੀ ਹੋਈ ਕਣਕ ਕਿਸ ਤਰ੍ਹਾਂ ਮੀਂਹ ਦੇ ਵਿੱਚ ਲਾਵਾਰਿਸ ਭਿੱਜ ਰਹੀ ਹੈ, ਇਸ ਦੀਆਂ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ। ਇਹ ਤਸਵੀਰਾਂ ਰੂਪਨਗਰ ਦੀਆਂ ਨੇ, ਜਿੱਥੇ ਲਗਾਤਾਰ ਇਹ ਸਰਕਾਰੀ ਖਰੀਦੀ ਹੋਈ ਕਣਕ ਬਰਬਾਦ ਹੋ ਰਹੀ ਹੈ ਤੇ ਆਮ ਲੋਕਾਂ ਦੇ ਪੈਸੇ ਨੂੰ ਮੀਂਹ ਦੇ ਵਿੱਚ ਭਿੱਜਦਿਆਂ ਹੀ ਛੱਡ ਦਿੱਤਾ ਜਾ ਰਿਹਾ ਹੈ। ਇਸ ਨੂੰ ਲੈ ਕੇ ਜਦੋਂ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਆਪਣੀਆਂ ਵੱਖਰੇ ਕਿਸਮ ਦੇ ਨਾਲ ਸਫਾਈਆਂ ਦਿੱਤੀਆਂ ਨੇ। ਅੱਜ ਭਾਜੀ 10,000 ਬੋਰੀ ਲਿਫਟ ਹੋ ਗਈ ਹੈ ਜੀ। ਜਿਵੇਂ ਕਿ ਉੱਧਰੋਂ ਜਿੰਨੀ ਗੱਡੀਆਂ ਮਿਲੀਆਂ ਸਾਨੂੰ ਉੱਧਰੋਂ ਯੂਨੀਅਨ ਤੋਂ, ਉਸੇ ਹਿਸਾਬ ਨਾਲ ਅਸੀਂ ਲਿਫਟ ਕਰਾਤੀ। ਤੁਸੀਂ ਇਸ ਟਾਈਮ ਵੀ ਮੂਵੀ ਬਣਾ ਕੇ ਦੇਖ ਲਓ, ਕਵਰ ਹੋ ਗਏ ਇੱਕਦਮ। ਮੀਂਹ ਪਿਆ, ਕਵਰ ਉਹਦੇ ਚੱਕਿਆਂ ਦੇ ਨਾਲ ਪਏ ਸੀਗੇ। ਉਹਨਾਂ ਨੂੰ ਇੱਕ ਕਵਰ 'ਚ 65 ਕਿਲੋ ਵਜ਼ਨ ਹੁੰਦਾ ਸਰ, ਇੱਕ ਕਵਰ 'ਚ 65 ਕਿਲੋ ਵਜ਼ਨ ਆ। ਉਹਦੇ ਪਹੁੰਚਾਉਂਦੇ ਲੇਬਰ ਨੂੰ ਟਾਈਮ ਲੱਗਦਾ। ਪਰ ਤੁਸੀਂ ਇਸ ਟਾਈਮ ਮੂਵੀ ਬਣਾ ਕੇ ਦੇਖੋ, ਸਾਰੇ ਕਵਰ ਜਿਹੜੇ ਹੈ ਚੱਕੇ ਕਵਰ ਹੈ।
ਤੇ ਪਰ ਲੋਕਾਂ ਦਾ ਦੋਸ਼ ਵੀ ਜਿਹੜਾ ਹੈਗਾ ਦੁਪਹਿਰ ਤੋਂ ਬੱਦਲਬਾਈ ਹੋ ਲਈ ਹੈ ਲਗਾਤਾਰ ਦੁਪਹਿਰ ਤੋਂ ਨਹੀਂ ਹੋਈ ਸਰ, ਇੱਕਦਮ ਹੀ ਤਾਂ ਬੱਦਲ ਆਇਆ ਤੇ ਫਟਾਫਟ ਗੱਡੀਆਂ ਰੋਕੀਆਂ, ਕਵਰ ਉੱਪਰ ਵੀ ਚੜਾਣੇ ਆ ਸਰ। 65 ਕਿਲੋ ਦਾ ਜਿਹੜਾ ਕਵਰ ਹੈ ਉਹ ਇੱਕ ਲੇਬਰ ਤੋਂ ਤਾਂ ਉਠਾਇਆ ਨਹੀਂ ਜਾਂਦਾ ਜੀ, 6 ਲੇਬਰ ਵਾਲੇ ਚੱਕੇ ਫਿਰ ਉਹਨੂੰ ਫਲਾਉਂਦੇ। ਅਗਰ ਕਵਰ 'ਚ ਹਵਾ ਭਰ ਜੇ ਤਾਂ ਕੋਈ ਜਿਹੜਾ ਲੇਬਰ ਵਾਲਾ ਥੱਲੇ ਵੀ ਡਿੱਗ ਸਕਦਾ ਜੀ। ਪਰ ਜਿਹੜੀ ਕਣਕ ਗਿੱਲੀ ਹੋਈ ਉਹਦੇ ਉੱਪਰ ਕਵਰ ਪਾ ਤਾਂ ਖਰਾਬ ਨਹੀਂ ਹੋਊਗੀ ਉਹ? ਨਹੀਂ ਸਰ, ਨਹੀਂ ਗਿੱਲੀ ਹੋਣੀ ਨਹੀਂ ਦਿੱਤੀ ਜੀ। ਪੰਜਾਬ ਇਸ ਵੇਲੇ ਦੇ ਵਿੱਚ ਫਿਲਹਾਲ ਲਈ ਇਹਨਾਂ ਹੀ, ਫਿਰ ਮੁੜ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ਾ ਅਪਡੇਟਸ ਦੇ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।